ਪਿਆਰੇ ਵਿਦਿਆਰਥੀਓ, ਪੰਜਾਬੀ ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅਸੀਂ 7ਵੀਂ ਜਮਾਤ ਦਾ ਇੱਕ ਹੋਰ ਅਧਿਆਇ ਲੈ ਕੇ ਹਾਜ਼ਰ ਹਾਂ, ਜਿਸ ਦਾ ਨਾਮ ਹੈ ਆਪਣੀ ਲਾਇਬ੍ਰੇਰੀ। ਇਹ ਇੱਕ ਕਵਿਤਾ ਹੈ ਜਿਸ ਦੇ ਵਿੱਚ ਲੇਖਕ ਨੇ ਸਾਨੂੰ ਲਾਇਬ੍ਰੇਰੀ ਦਾ ਮਹੱਤਵ ਦੱਸਿਆ ਹੈ, ਕਿਉਂਕਿ ਜੋ ਇਨਸਾਨ ਕਿਤਾਬਾਂ ਦੇ ਨਾਲ ਪਿਆਰ ਕਰਦਾ ਹੈ ਉਸ ਨੂੰ ਹੋਰ ਕਿਸੇ ਦੇ ਨਾਲ ਦਿਲ ਲਗਾਉਣ ਦੀ ਜ਼ਰੂਰਤ ਨਹੀਂ ਪੈਂਦੀ, ਕਿਉਂਕਿ ਕਿਤਾਬਾਂ ਹੀ ਸਾਡਾ ਦੁੱਖ ਸੁੱਖ ਦਾ ਸਾਥੀ ਬਣ ਜਾਂਦੀਆਂ ਹਨ। ਅਤੇ ਲੇਖਕ ਨੇ ਦੱਸਿਆ ਹੈ ਕਿ ਕਿਵੇਂ ਅਸੀਂ ਆਪਣੀਆਂ ਮਨਪਸੰਦ ਦੀਆਂ ਕਿਤਾਬਾਂ ਨੂੰ ਜਦੋਂ ਲਾਇਬ੍ਰੇਰੀ ਬਣਾ ਕੇ ਰੱਖਦੇ ਹਾਂ ਤਾਂ ਉਹਨਾਂ ਕਿਤਾਬਾਂ ਦੇ ਨਾਲ ਜਦੋਂ ਸਾਡਾ ਮੋਹ ਪੈਂਦਾ ਹੈ ਤਾਂ ਸਾਨੂੰ ਕਿੰਨਾ ਕੁਝ ਚੰਗਾ ਸਿੱਖਣ ਨੂੰ ਮਿਲਦਾ ਹੈ। ਜਦੋਂ ਅਸੀਂ ਗਿਆਨ ਹਾਸਲ ਕਰਦੇ ਹਾਂ ਤਾਂ ਉਸ ਦੀ ਕੋਈ ਫੀਸ ਨਹੀਂ ਲੱਗਦੀ, ਕਿਉਂਕਿ ਜਿਹੜੀਆਂ ਚੰਗੀਆਂ ਕਿਤਾਬਾਂ ਹੁੰਦੀਆਂ ਹਨ ਉਹ ਸਾਡੇ ਗਿਆਨ ਦੇ ਵਿੱਚ ਹਮੇਸ਼ਾ ਵਾਧਾ ਕਰਦੀਆਂ ਹਨ ਅਤੇ ਸਾਨੂੰ ਚੰਗਾ ਜੀਵਨ ਜਿਉਣ ਦੀ ਜਾਚ ਦੱਸਦੀਆਂ ਹਨ। ਚੰਗੀ ਪੁਸਤਕ ਜਿੱਥੋਂ ਵੀ ਮਿਲੇ ਉਸ ਨੂੰ ਲੈ ਕੇ ਹਮੇਸ਼ਾ ਆਪਣੇ ਘਰ ਦੇ ਵਿੱਚ ਲੈ ਆਉਣਾ ਚਾਹੀਦਾ ਹੈ। ਅਤੇ ਜਦੋਂ ਅਸੀਂ ਬਹੁਤ ਸਾਰੀਆਂ ਕਿਤਾਬਾਂ ਨੂੰ ਖਰੀਦ ਲੈਂਦੇ ਹਾਂ ਤਾਂ ਉਸੇ ਦੇ ਨਾਲ ਹੀ ਸਾਡੀ ਆਪਣੀ ਇੱਕ ਲਾਇਬ੍ਰੇਰੀ ਤਿਆਰ ਹੋ ਜਾਂਦੀ ਹੈ, ਜਿਸ ਨੂੰ ਅਸੀਂ ਆਪ ਤਾਂ ਪੜ੍ਹਦੇ ਹੀ ਹਾਂ, ਪਰ ਜੇ ਸਾਡੇ ਘਰ ਵੀ ਕੋਈ ਆਉਂਦਾ ਹੈ ਤਾਂ ਅਸੀਂ ਉਸ ਨੂੰ ਵੀ ਚੰਗਾ ਗਿਆਨ ਵੰਡਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਤਾਂ ਇਸ ਲਈ ਇਸ ਕਵਿਤਾ ਦੇ ਵਿੱਚ ਲੇਖਕ ਕੀ ਕਹਿੰਦਾ ਹੈ, ਆਓ ਆਪਾਂ ਦੇਖਦੇ ਹਾਂ। ਆਪਣੀ ਹੋਏ ਜੇ ਲਾਇਬ੍ਰੇਰੀ ਇਸ ਵਰਗੀ ਨਾ ਰੀਸ। ਇੱਥੇ ਕੁਝ ਲਾਲ ਰੰਗ ਦੇ ਅੱਖਰ ਹਨ, ਸ਼ਬਦ ਹਨ, ਉਹਨਾਂ ਦੇ ਜੋ ਅਰਥ ਹਨ ਉਹ ਵੀ ਅਸੀਂ ਨਾਲ ਨਾਲ ਕਰਾਂਗੇ। ਆਪਣੀ ਹੋਏ ਜੇ ਲਾਇਬ੍ਰੇਰੀ ਇਸ ਵਰਗੀ ਨਾ ਰੀਸ, ਕਾਰਡ ਨਹੀਂ ਬਣਾਉਣਾ ਪੈਂਦਾ, ਭਰਨੀ ਪਏ ਨਾ ਫੀਸ। ਇੱਥੇ ਤੁਸੀਂ ਦੇਖੋ ਇਸ ਲਾਈਨਾਂ ਦੇ ਵਿੱਚ ਲੇਖਕ ਨੇ ਕਿਹਾ ਹੈ ਕਿ ਜੇ ਸਾਡੇ ਕੋਲ ਆਪਣੀ ਲਾਇਬ੍ਰੇਰੀ ਹੋਏਗੀ, ਭਾਵ ਕਿ ਜੇ ਅਸੀਂ ਆਪਣੀਆਂ ਮਨਪਸੰਦ ਦੀਆਂ ਕਿਤਾਬਾਂ ਖਰੀਦ ਕੇ ਇੱਕ ਆਪਣੀ ਲਾਇਬ੍ਰੇਰੀ ਬਣਾਵਾਂਗੇ ਤਾਂ ਇਹਦੇ ਵਰਗੀ ਕੋਈ ਰੀਸ ਨਹੀਂ ਹੈ। ਇਸ ਵਰਗੀ ਦਾ ਮਤਲਬ ਇਹਦੇ ਵਰਗੀ ਕੋਈ ਰੀਸ ਨਹੀਂ। ਰੀਸ ਦਾ ਭਾਵ ਹੁੰਦਾ ਹੈ ਕਿ ਸਾਨੂੰ ਇਸ ਤੋਂ ਵੱਡੀ ਹੋਰ ਕੋਈ ਗੱਲ ਨਹੀਂ ਹੋ ਸਕਦੀ। ਕਹਿੰਦੇ ਨਾ ਤਾਂ ਇਸ ਦੇ ਲਈ ਕੋਈ ਸਾਨੂੰ ਕਾਰਡ ਖਰੀਦਣਾ ਪੈਂਦਾ ਹੈ, ਜਿਵੇਂ ਲਾਇਬ੍ਰੇਰੀ ਦੇ ਵਿੱਚ ਆਪਾਂ ਜਾਈਏ ਨਾ ਕਿਸੇ ਬਾਹਰ ਤਾਂ ਸਾਨੂੰ ਹਮੇਸ਼ਾ ਉੱਥੋਂ ਦਾ ਇੱਕ ਕਾਰਡ ਬਣਾਉਣਾ ਪੈਂਦਾ ਹੈ ਰੀਡਿੰਗ ਕਰਨ ਦੇ ਲਈ, ਪਰ ਤਾਂ ਉਹਦੀ ਫੀਸ ਵੀ ਲੱਗਦੀ ਹੈ। ਤਾਂ ਇਸ ਕਰਕੇ ਲੇਖਕ ਕਹਿੰਦਾ ਕਿ ਨਾ ਤਾਂ ਸਾਨੂੰ ਇਸ ਦੇ ਕਾਰਡ ਬਣਾਉਣ ਦੀ ਲੋੜ ਹੈ ਅਤੇ ਨਾ ਹੀ ਸਾਨੂੰ ਕੋਈ ਫੀਸ ਭਰਨੀ ਪੈਂਦੀ ਹੈ। ਲਾਇਬ੍ਰੇਰੀ ਕਿਤਾਬਾਂ ਦਾ ਹੈ ਇੱਕ ਵਡਮੁੱਲਾ ਖਜ਼ਾਨਾ। ਲਾਇਬ੍ਰੇਰੀ ਜਿੱਥੇ ਬਹੁਤ ਸਾਰੀਆਂ ਕਿਤਾਬਾਂ ਰੱਖੀਆਂ ਹੁੰਦੀਆਂ ਹਨ ਨਾ, ਉਹ ਕਹਿੰਦੇ ਇੱਕ ਵਡਮੁੱਲਾ ਖਜ਼ਾਨਾ ਹੈ। ਵਡਮੁੱਲਾ ਦਾ ਮਤਲਬ ਹੁੰਦਾ ਬਹੁਤ ਵੱਡਾ, ਬਹੁਤ ਕੀਮਤੀ ਖਜ਼ਾਨਾ ਹੈ। ਤਾਈਓ ਇਸ ਦੀ ਕਦਰ ਹੈ ਕਰਦਾ ਦੇਖੋ ਕੁੱਲ ਜ਼ਮਾਨਾ। ਕੁੱਲ ਜ਼ਮਾਨਾ ਦਾ ਮਤਲਬ ਹੁੰਦਾ ਕਿ ਸਾਰਾ ਜਹਾਨ। ਤਾਂ ਹੀ ਕਹਿੰਦੇ ਜੋ ਸਾਰਾ ਜਹਾਨ ਹੈ ਇਹਨਾਂ ਕਿਤਾਬਾਂ ਦੀ, ਇਹਨਾਂ ਲਾਇਬ੍ਰੇਰੀ ਦੀ ਕਦਰ ਕਰਦਾ ਹੈ, ਮਤਲਬ ਇੱਜ਼ਤ ਕਰਦਾ ਹੈ। ਬਾਹਰਲੀ ਪੁਸਤਕ ਘਰ ਤੁਹਾਡੇ ਹੁੰਦੀ ਹੈ ਮਹਿਮਾਨ। ਹਰ ਤਰ੍ਹਾਂ ਹੀ ਰੱਖਣਾ ਪੈਂਦਾ ਉਸ ਦਾ ਹੈ ਧਿਆਨ। ਜਦੋਂ ਦੇਖੋ ਆਪਾਂ ਬਾਹਰੋਂ ਕੋਈ ਪੁਸਤਕ ਖਰੀਦ ਕੇ ਲੈ ਕੇ ਆਈਏ ਨਾ, ਕਿਸੇ ਤੋਂ ਮੰਗ ਕੇ ਲੈ ਕੇ ਆਈਏ, ਤਾਂ ਫਿਰ ਕੀ ਹੁੰਦਾ, ਸਾਨੂੰ ਇਹ ਹੁੰਦਾ ਕਿ ਹਾਏ ਇਹ ਗਵਾਚ ਨਾ ਜਾਏ। ਮਹਿਮਾਨ ਮਤਲਬ ਇਹ ਨਾ ਬਸ ਪ੍ਰਾਹੁਣੇ ਦੀ ਤਰ੍ਹਾਂ ਹੁੰਦਾ ਵੀ ਜਿਵੇਂ ਜਦੋਂ ਸਾਡੇ ਘਰ ਕੋਈ ਪ੍ਰਾਹੁਣਾ ਆ ਜਾਏ ਤਾਂ ਅਸੀਂ ਇਹ ਹੁੰਦਾ ਨਾ ਸਾਨੂੰ ਵੀ ਉਹਨੂੰ ਕੋਈ ਦੁੱਖ ਤਕਲੀਫ ਨਾ ਹੋਵੇ, ਅਸੀਂ ਉਹਨੂੰ ਆਏ ਨੂੰ ਚਾਹ ਪਾਣੀ ਪੁੱਛੀਏ, ਉਹਦੀ ਕਦਰ ਕਰੀਏ, ਹੈ ਨਾ, ਅਤੇ ਰਿਸਪੈਕਟਫੁਲੀ ਉਹ ਆਪਣੇ ਘਰੋਂ ਚਲਾ ਜਾਏ। ਤਾਂ ਇਸੇ ਤਰ੍ਹਾਂ ਜਦੋਂ ਕਿਤਾਬਾਂ ਸਾਡੇ ਮਹਿਮਾਨ ਬਣ ਕੇ ਘਰੇ ਆਉਂਦੀਆਂ ਹਨ, ਮਤਲਬ ਅਸੀਂ ਕਿਸੇ ਤੋਂ ਮੰਗ ਕੇ ਲੈ ਕੇ ਆਉਂਦੇ ਹਾਂ, ਤਾਂ ਸਾਨੂੰ ਉਸਦਾ ਉਸੇ ਤਰ੍ਹਾਂ ਹੀ ਧਿਆਨ ਰੱਖਣਾ ਪੈਂਦਾ ਹੈ ਕਿ ਉਸ ਨੂੰ ਕੋਈ ਮਤਲਬ ਉਸਦਾ ਕੋਈ ਪੇਜ ਨਾ ਫਟ ਜਾਏ, ਉਹ ਗੰਦੀ ਨਾ ਹੋ ਜਾਏ, ਉਸ ਨੂੰ ਕੋਈ ਚੀਜ਼ ਨਾ ਲੱਗ ਜਾਏ। ਤਾਂ ਇਹਨਾਂ ਸਾਰੀਆਂ ਚੀਜ਼ਾਂ ਦਾ ਸਾਨੂੰ ਬੜਾ ਹੀ ਧਿਆਨ ਰੱਖਣਾ ਪੈਂਦਾ ਹੈ। ਪਰ ਅੱਗੇ ਦੇਖੋ, ਕਹਿੰਦੇ ਚੰਗੀਆਂ ਗੱਲਾਂ ਉੱਤੇ ਲਾ ਸਕਦੇ ਨਾ ਹੀ ਕੋਈ ਨਿਸ਼ਾਨ, ਬਾਜ ਨਿਸ਼ਾਨੋਂ ਚੰਗੀਆਂ ਗੱਲਾਂ ਮੁੜ ਨਾ ਸਕੋ ਪਛਾਣ। ਕਹਿੰਦੇ ਵੀ ਜਦੋਂ ਦੇਖੋ ਆਪਣੀ ਪੁਸਤਕ ਸਾਡੇ ਕੋਲ ਹੁੰਦੀ ਹੈ ਤਾਂ ਕਈ ਲੋਕਾਂ ਨੂੰ ਇੰਨਾ ਪੜ੍ਹਨ ਦਾ ਸ਼ੌਕ ਹੁੰਦਾ ਕਿ ਜੇ ਕੋਈ ਚੰਗੀ ਗੱਲ ਲੱਗਦੀ ਹੈ ਨਾ ਤਾਂ ਉਸ ਨੂੰ ਅੰਡਰਲਾਈਨ ਕਰ ਲੈਂਦੇ ਆ, ਉਸ ਦੇ ਉੱਤੇ ਕੋਈ ਨਾ ਕੋਈ ਨਿਸ਼ਾਨ ਲਗਾ ਲੈਂਦੇ ਆ, ਚਾਹੇ ਛੋਟਾ ਚਾਹੇ ਵੱਡਾ, ਠੀਕ ਹੈ। ਪਰ ਜਦੋਂ ਅਸੀਂ ਕੋਈ ਬਾਹਰੋਂ ਪੁਸਤਕ ਲੈ ਕੇ ਆਉਂਦੇ ਹਾਂ, ਕਿਸੇ ਦੀ ਮੰਗ ਕੇ ਲੈ ਕੇ ਆਉਂਦੇ ਹਾਂ ਕਿਤਾਬ, ਤਾਂ ਅਸੀਂ ਉਹਦੇ ਉੱਤੇ ਕੋਈ ਨਿਸ਼ਾਨੀ ਨਹੀਂ ਲਗਾ ਸਕਦੇ। ਅਤੇ ਜਦੋਂ ਅਸੀਂ ਕੋਈ ਨਿਸ਼ਾਨੀ ਨਹੀਂ ਲਗਾ ਸਕਦੇ, ਪੁਸਤਕ ਪੜ੍ਹੀ ਅਤੇ ਵਾਪਿਸ ਕਰਤੀ, ਤਾਂ ਸਾਨੂੰ ਤਾਂ ਉਸ ਤੋਂ ਬਾਅਦ ਸਭ ਕੁਝ ਭੁੱਲ ਜਾਂਦਾ ਕਿ ਅਸੀਂ ਕੀ ਪੜ੍ਹਿਆ ਸੀ, ਕਿਹੜੀਆਂ ਚੰਗੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਹੋਈਆਂ ਸੀ, ਅਸੀਂ ਕੁਝ ਨਹੀਂ ਸਮਝ ਸਕਦੇ, ਉਹ ਸਾਨੂੰ ਯਾਦ ਹੀ ਨਹੀਂ ਰਹਿੰਦੀਆਂ। ਅਤੇ ਕਹਿੰਦੇ ਇਸ ਕਰਕੇ ਸਾਨੂੰ ਉਹ, ਜੇ ਸਾਡੇ ਕੋਲ ਆਪਣੀ ਕਿਤਾਬ ਨਹੀਂ ਹੋਏਗੀ ਤਾਂ ਉਹ ਚੰਗੀਆਂ ਗੱਲਾਂ ਵੀ ਉਸ ਪੁਸਤਕ ਦੇ ਨਾਲ ਮਹਿਮਾਨ ਦੀ ਤਰ੍ਹਾਂ ਸਾਡੇ ਘਰੋਂ ਚਲੀਆਂ ਜਾਣਗੀਆਂ। ਪੜ੍ਹ ਗੱਡੀ ਲੱਦ ਲਵੋ ਪਰ ਨਾ ਮਿਲੇ ਗਿਆਨ ਰਹਿਤ ਬੰਦੇ ਦੇ ਵੱਲ ਦਏ ਨਾ ਕੋਈ ਧਿਆਨ। ਕਹਿੰਦੇ
ਵੀ ਜੇ ਅਸੀਂ ਜਿੰਨਾ ਮਰਜ਼ੀ ਪੜ੍ਹ ਲਈਏ, ਜਿੰਨਾ ਮਰਜ਼ੀ ਅਸੀਂ ਪੜ੍ਹ ਪੁੜ੍ਹ ਕੇ ਆਪਣੇ ਅੰਦਰ ਗਿਆਨ ਹਾਸਲ ਕਰ ਲਈਏ, ਪਰ ਉਹੋ ਜਿਹਾ ਗਿਆਨ ਸਾਨੂੰ ਨਹੀਂ ਮਿਲਦਾ ਜਿਹੜਾ ਸਾਨੂੰ ਚੰਗੀਆਂ ਕਿਤਾਬਾਂ ਤੋਂ ਮਿਲਦਾ। ਸੁਣਨ ਨਾਲ ਉਹ ਗਿਆਨ ਨਹੀਂ ਮਿਲਦਾ ਸਾਨੂੰ, ਜੋ ਚੰਗੀਆਂ ਕਿਤਾਬਾਂ ਆਪ ਪੜ੍ਹ ਕੇ ਮਿਲਦਾ ਹੈ। ਅਤੇ ਜੇ ਕੋਈ ਗਿਆਨ ਰਹਿਤ ਬੰਦਾ ਹੋਵੇ ਨਾ, ਗਿਆਨ ਰਹਿਤ ਦਾ ਮਤਲਬ ਹੁੰਦਾ ਜਿਹੜਾ ਗਿਆਨ ਤੋਂ ਬਿਨਾਂ, ਜਿਸ ਨੂੰ ਕੋਈ ਗਿਆਨ ਨਾ ਹੋਵੇ, ਅਤੇ ਉਹ ਬੰਦੇ ਵੱਲ ਕਹਿੰਦੇ ਕੋਈ ਵੀ ਧਿਆਨ ਨਹੀਂ ਦਿੰਦਾ। ਜਿਸ ਨੂੰ ਕੋਈ ਨੌਲੇਜ ਨਹੀਂ ਨਾ ਹੁੰਦੀ ਤਾਂ ਆਪਾਂ ਉਸ ਦੀ ਗੱਲ ਸੁਣਨੀ ਪਸੰਦ ਵੀ ਨਹੀਂ ਕਰਦੇ। ਅਤੇ ਅੱਗੇ ਕੀ ਕਹਿੰਦੇ ਆ ਦੇਖੋ, ਪੁਸਤਕਾਂ ਸਾਨੂੰ ਚੰਗੇ ਜੀਵਨ ਦੀਨੇ ਜਾਤ ਸਿਖਾਣ, ਜੀਵਨ ਤਾਈਂ ਸੁਘੜ ਸਿਆਣਾ, ਚੰਗਾ ਸਦਾ ਬਣਾਉਣ। ਕਹਿੰਦੇ ਜਿਹੜੀਆਂ ਚੰਗੀਆਂ ਪੁਸਤਕਾਂ ਹੁੰਦੀਆਂ ਨੇ ਨਾ, ਇਹ ਹਮੇਸ਼ਾ ਸਾਨੂੰ ਚੰਗੇ ਜੀਵਨ ਦੀ ਜਾਂਚ ਸਿਖਾਉਂਦੀਆਂ ਨੇ। ਚੰਗੇ ਜੀਵਨ ਦੀ ਜਾਂਚ ਕਿਹੜੀ ਹੁੰਦੀ ਹੈ? ਜੀਵਨ ਜਾਂਚ ਹੁੰਦੀ ਹੈ ਕਿ ਅਸੀਂ ਆਪਣਾ ਜੀਵਨ ਕਿਵੇਂ ਸੋਹਣੇ ਤਰੀਕੇ ਦੇ ਨਾਲ ਜੀ ਸਕਦੇ ਹਾਂ। ਸੁਘੜ ਸਿਆਣਾ ਦਾ ਮਤਲਬ ਹੁੰਦਾ ਸਾਨੂੰ ਅਕਲਮੰਦ ਬਣਾਉਂਦੇ ਆ। ਮਤਲਬ ਜਿਹੜੀਆਂ ਪੁਸਤਕਾਂ ਹੁੰਦੀਆਂ ਨੇ, ਜੇ ਕੋਈ ਚੰਗਾ ਪੜ੍ਹਨ ਵਾਲਾ ਇਨਸਾਨ ਹੋਵੇ ਨਾ, ਤਾਂ ਉਹ ਹਮੇਸ਼ਾ ਕਿਤਾਬਾਂ ਤੋਂ ਗਿਆਨ ਹਾਸਲ ਕਰਕੇ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ। ਆਪਣੇ ਜੀਵਨ ਦੇ ਵਿੱਚ ਪੜ੍ਹੀਆਂ ਹੋਈਆਂ ਗੱਲਾਂ ਨੂੰ ਉਹ ਇੰਪਲੀਮੈਂਟ ਕਰਦਾ ਹੈ, ਲਾਗੂ ਕਰਦਾ ਹੈ। ਕਿਉਂਕਿ ਤੁਸੀਂ ਦੇਖੋ ਵੀ ਜਿੰਨੇ ਵੀ ਵੱਡੇ ਵੱਡੇ ਰਾਈਟਰ ਹੁੰਦੇ ਨੇ, ਇਹ ਆਪਣੀਆਂ ਕਿਤਾਬਾਂ ਆਪ ਵੀ ਪੜ੍ਹਦੇ ਨੇ ਅਤੇ ਦੂਜਿਆਂ ਦੀਆਂ ਕਿਤਾਬਾਂ ਵੀ ਪੜ੍ਹਦੇ ਨੇ। ਆਪਣੀਆਂ ਕਿਤਾਬਾਂ ਤਾਂ ਉਹ ਪੜ੍ਹਨਗੇ ਹੀ ਕਿਉਂਕਿ ਉਹਨਾਂ ਨੇ ਲਿਖੀਆਂ ਹੁੰਦੀਆਂ ਨੇ, ਪਰ ਨਾਲ ਨਾਲ ਉਹ ਦੂਜਿਆਂ ਦੀਆਂ ਕਿਤਾਬਾਂ ਵੀ ਪੜ੍ਹਦੇ ਨੇ ਤਾਂ ਕਿ ਉਹਨਾਂ ਨੂੰ ਹੋਰ ਚੰਗਾ ਗਿਆਨ ਹਾਸਲ ਹੋਵੇ। ਜਦੋਂ ਚੰਗਾ ਗਿਆਨ ਹਾਸਲ ਹੋਵੇਗਾ ਤਾਂ ਉਹਨਾਂ ਨੂੰ ਜੀਵਨ ਦੀ ਜਾਂਚ ਜਿਹੜੀ ਹੈ ਉਹ ਆ ਜਾਏਗੀ, ਮਤਲਬ ਚੰਗਾ ਜੀਵਨ ਜੀਣ ਦੀ ਜਾਂਚ ਆ ਜਾਏਗੀ। ਤਾਂ ਹੋਰ ਉਹ ਸੁਘੜ ਸਿਆਣੇ ਮਤਲਬ ਉਹ ਹੋਰ ਅਕਲਮੰਦ ਬਣਨਗੇ ਅਤੇ ਚੰਗੇ ਬਣਨਗੇ। ਬੀਤੇ ਸਮੇਂ ਦੇ ਚੰਗੇ ਬੰਦੇ ਸਾਨੂੰ ਸਦਾ ਮਿਲਾਣ, ਉਹਨਾਂ ਦੀਆਂ ਰਚਨਾਵਾਂ ਦੇ ਨਾਲ ਵੱਧਦਾ ਸਾਡਾ ਗਿਆਨ। ਕਹਿੰਦੇ ਜਿਹੜੇ ਬੀਤ ਗਿਆ ਸਮਾਂ ਹੁੰਦਾ, ਜਿਹੜਾ ਸਮਾਂ ਗੁਜ਼ਰ ਗਿਆ, ਜਦੋਂ ਦੇਖੋ ਸਮਾਂ ਇੱਕ ਵਾਰ ਗੁਜ਼ਰ ਜਾਂਦਾ ਨਾ, ਤਾਂ ਫਿਰ ਅਸੀਂ ਉਸ ਨੂੰ ਵਾਪਸ ਨਹੀਂ ਲੈ ਕੇ ਆ ਸਕਦੇ। ਸਾਡਾ ਇੱਕ ਇੱਕ ਪਲ ਜੋ ਹੈ ਹਮੇਸ਼ਾ ਲੰਘਦਾ ਜਾਂਦਾ, ਉਹ ਕਦੀ ਵੀ ਕਿਸੇ ਵਾਸਤੇ ਨਹੀਂ ਰੁਕਦਾ ਹੁੰਦਾ। ਅਤੇ ਜਦੋਂ ਕਹਿੰਦੇ ਇਹ ਜਿਹੜਾ ਸਮਾਂ ਬੀਤ ਜਾਂਦਾ ਨਾ, ਉਹ ਹਮੇਸ਼ਾ ਸਾਨੂੰ ਕਈ ਵਾਰੀ ਨਾ ਕਿਤਾਬਾਂ ਦੇ ਰੂਪ ਦੇ ਵਿੱਚ ਸਾਨੂੰ ਚੰਗੇ ਲੋਕਾਂ ਦੇ ਨਾਲ ਮਿਲਾ ਜਾਂਦਾ ਹੈ। ਤੁਸੀਂ ਦੇਖੋ ਜਦੋਂ ਅਸੀਂ ਕਿਸੇ ਚੰਗੇ ਰਾਈਟਰ ਦੀਆਂ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਨੂੰ ਉਹਨਾਂ ਦੀ ਸੋਚਣੀ ਦੇ ਬਾਰੇ ਵਿੱਚ ਪਤਾ ਲੱਗਦਾ ਹੈ ਕਿ ਉਹਨਾਂ ਦੀ ਥਿੰਕਿੰਗ ਕਿਹੋ ਜਿਹੀ ਹੈ। ਕਿਉਂਕਿ ਹਰੇਕ ਰਾਈਟਰ ਦੀ ਆਪਣੀ ਆਪਣੀ ਥਿੰਕਿੰਗ ਹੁੰਦੀ ਹੈ, ਅਤੇ ਜਿਹੋ ਜਿਹੀ ਉਹਦੀ ਸੋਚਣ ਸ਼ਕਤੀ ਹੋਏਗੀ ਉਹ ਉਹੋ ਜਿਹਾ ਹੀ ਲਿਖੇਗਾ। ਅਤੇ ਜਦੋਂ ਅਸੀਂ ਉਹਨਾਂ ਦੀਆਂ ਰਚਨਾਵਾਂ ਨੂੰ ਪੜ੍ਹਦੇ ਹਾਂ, ਅਤੇ ਰਚਨਾਵਾਂ ਹੁੰਦਾ ਕਿ ਜਿਹੜਾ ਉਹਨਾਂ ਨੇ ਲਿਖਿਆ ਹੁੰਦਾ ਹੈ, ਜੋ ਵੀ ਉਹਨਾਂ ਦੀਆਂ ਕਿਤਾਬਾਂ ਲਿਖੀਆਂ ਹੁੰਦੀਆਂ ਨੇ, ਅਤੇ ਸਾਡੇ ਕਹਿੰਦੇ ਹੋਰ ਗਿਆਨ ਦੇ ਵਿੱਚ ਵਾਧਾ ਹੁੰਦਾ। ਗਿਆਨ ਸਾਨੂੰ ਜਿਹੜਾ ਹੈ ਉਹਨਾਂ ਕਿਤਾਬਾਂ ਤੋਂ ਮਿਲਦਾ, ਉਹਨਾਂ ਕਿਤਾਬਾਂ ਦੇ ਵਿੱਚ ਜੋ ਲਿਖਿਆ ਹੁੰਦਾ ਹੈ ਲੇਖਕਾਂ ਨੇ। ਹੁਣ ਤੁਸੀਂ ਦੇਖੋ ਕਿ ਕਿਤਾਬਾਂ ਜਿਹੜੀਆਂ ਨੇ ਉਹ ਇਕੱਲੀਆਂ ਕਵਿਤਾਵਾਂ ਦੀਆਂ ਹੀ ਨਹੀਂ ਹੁੰਦੀਆਂ, ਕਿਤਾਬਾਂ ਦੇ ਵਿੱਚ ਲੇਖ ਲਿਖੇ ਹੁੰਦੇ ਨੇ, ਕਿਤਾਬਾਂ ਦੇ ਵਿੱਚ ਜੀਵਨੀਆਂ ਹੁੰਦੀਆਂ ਨੇ ਲੋਕਾਂ ਦੀਆਂ। ਅਤੇ ਹਰੇਕ ਇਨਸਾਨ ਆਪਣੇ ਆਪਣੇ ਇੰਟਰਸਟ ਦੇ ਅਕੋਰਡਿੰਗ ਜਿਹੜੀ ਕਿਤਾਬ ਹੈ ਉਹ ਪੜ੍ਹਦਾ। ਜਿਵੇਂ ਕਿਸੇ ਨੂੰ ਨਾਵਲ ਪੜ੍ਹਨੇ ਪਸੰਦ ਹੁੰਦੇ ਹੈ, ਕਿਸੇ ਨੂੰ ਪੋਇਟਰੀ ਵਾਲੀਆਂ ਪੋਇਮ ਦੀਆਂ ਬੁੱਕਸ ਪਸੰਦ ਹੁੰਦੀਆਂ ਨੇ। ਜਿਵੇਂ ਕਿਸੇ ਦਾ ਨਾਟਕ ਪੜ੍ਹਨ ਦਾ ਸ਼ੌਂਕ ਹੈ ਤਾਂ ਉਸਨੂੰ ਨਾਟਕ ਦੀਆਂ ਬੁੱਕਸ ਜਿਹੜੀਆਂ ਨੇ ਉਹ ਪਸੰਦ ਹੁੰਦੀਆਂ ਨੇ। ਕਿਸੇ ਨੂੰ ਇਕਾਂਗੀਆਂ ਪੜ੍ਹਨ ਦਾ ਬੜਾ ਸ਼ੌਂਕ ਹੁੰਦਾ ਤਾਂ ਉਹ ਬੰਦਾ ਇਕਾਂਗੀ ਪੜ੍ਹਦਾ ਹੈ। ਪਰ ਕਈ ਲੋਕ ਜਿਹੜੇ ਹੁੰਦੇ ਨੇ ਉਹਨਾਂ ਨੂੰ ਕਿਸੇ ਦੀ ਜੀਵਨੀ ਪੜ੍ਹਨ ਦਾ ਬਹੁਤ ਸ਼ੌਂਕ ਹੁੰਦਾ। ਅਤੇ ਜਦੋਂ ਅਸੀਂ ਕਿਸੇ ਦੀ ਜੀਵਨੀ ਪੜ੍ਹਦੇ ਹਾਂ ਨਾ, ਅਤੇ ਉਹ ਜੀਵਨੀ ਦੇ ਵਿੱਚੋਂ ਸਾਨੂੰ ਉਸ ਬੰਦੇ ਦੀ ਝਲਕ ਜਿਹੜੀ ਹੈ ਉਹ ਦਿਖਾਈ ਦਿੰਦੀ ਹੈ। ਉਸ ਦੇ ਜੀਵਨ ਦੇ ਵਿੱਚ ਕੀ ਕੁਝ ਵਾਪਰਿਆ ਹੁੰਦਾ ਹੈ ਸਾਨੂੰ ਉਹ ਦਿਖਾਈ ਦਿੰਦਾ ਹੈ, ਉਹ ਅਸੀਂ ਪੜ੍ਹਦੇ ਹਾਂ। ਅਤੇ ਜਦੋਂ ਅਸੀਂ ਗੱਲ ਕਰੀਏ ਸਵੈ ਜੀਵਨੀ ਦੀ, ਤਾਂ ਸਵੈ ਜੀਵਨੀ ਉਹ ਹੁੰਦੀ ਹੈ ਜਿਹਦੇ ਵਿੱਚ ਬੰਦਾ ਆਪਣੇ ਜੀਵਨ ਦੇ ਵਿੱਚ ਬੀਤਿਆ ਹੋਇਆ ਇੱਕ ਇੱਕ ਪਲ ਲਿਖਦਾ ਹੈ। ਅਤੇ ਜਦੋਂ ਅਸੀਂ ਇਹੋ ਜਿਹੇ ਵੱਡੇ ਵੱਡੇ ਲੋਕਾਂ ਦੀਆਂ, ਤੁਸੀਂ ਦੇਖੋ ਸੁਰਜੀਤ ਪਾਤਰ ਹੋ ਗਿਆ, ਜਿਹੜੇ ਬੱਚਿਆਂ ਦੇ ਨਾਲ ਸੰਬੰਧਿਤ ਕਵਿਤਾਵਾਂ ਜਾਂ ਲੇਖ ਲਿਖਦੇ ਨੇ, ਡਾਕਟਰ ਦਰਸ਼ਨ ਸਿੰਘ ਆਸ਼ਿਟ, ਜਦੋਂ ਅਸੀਂ ਇਹਨਾਂ ਲੋਕਾਂ ਦੀਆਂ ਕਿਤਾਬਾਂ ਪੜ੍ਹਦੇ ਹਾਂ ਤਾਂ ਸਾਡੇ ਗਿਆਨ ਦੇ ਵਿੱਚ ਹੋਰ ਵੀ ਵਾਧਾ ਹੁੰਦਾ। ਠੀਕ ਹੈ, ਅੱਗੇ ਦੇਖੋ ਕਿ ਚੰਗੀਆਂ ਪੁਸਤਕਾਂ ਨੇ ਜੀਵਨ ਦਾ ਗਹਿਣਾ ਸਦਾ ਬਣ ਜਾਣ। ਚੰਗੀਆਂ ਪੁਸਤਕਾਂ ਨੇ ਜੀਵਨ ਦਾ ਗਹਿਣਾ ਸਦਾ ਬਣ ਜਾਣ, ਮਾੜੀਆਂ ਪੁਸਤਕਾਂ ਤੋਂ ਬਚ ਕੇ ਰਹੀਏ ਇਹੀ ਸਭ ਸਮਝਾਣ। ਕਹਿੰਦੇ ਦੇਖੋ ਜਿਹੜੀਆਂ ਚੰਗੀਆਂ ਪੁਸਤਕਾਂ ਹੁੰਦੀਆਂ ਨੇ ਨਾ, ਉਹ ਹਮੇਸ਼ਾ ਸਾਡੇ ਜੀਵਨ ਦਾ ਇੱਕ ਗਹਿਣਾ ਬਣ ਜਾਂਦੀਆਂ ਨੇ। ਗਹਿਣਾ ਦਾ ਮਤਲਬ ਹੁੰਦਾ ਕਿ ਉਹ ਸਾਡੇ ਜੀਵਨ ਦੇ ਵਿੱਚ ਹਮੇਸ਼ਾ ਕੀਮਤੀ ਜਗ੍ਹਾ ਲੈ ਲੈਂਦੀਆਂ ਨੇ।
ਜਿਵੇਂ ਗਹਿਣੇ ਲੋਕ ਜਿਹੜੇ ਪਾਉਂਦੇ ਹੈ ਤਾਂ ਉਹਨਾਂ ਨੂੰ ਤੁਸੀਂ ਦੇਖੋ ਵੀ ਆਪਾਂ ਗਹਿਣਾ ਹਮੇਸ਼ਾ ਸੋਨੇ ਦਾ, ਚਾਂਦੀ ਦਾ, ਡਾਇਮੰਡ ਦਾ ਹਮੇਸ਼ਾ ਆਪਾਂ ਸੰਭਾਲ ਰੱਖਦੇ ਹਾਂ। ਤਾਂ ਉਸੇ ਤਰ੍ਹਾਂ ਜਿਹੜੀਆਂ ਚੰਗੀਆਂ ਕਿਤਾਬਾਂ ਹੁੰਦੀਆਂ ਨੇ, ਜਿਹੜੇ ਪੜ੍ਹਨ ਵਾਲੇ ਹੁੰਦੇ ਨੇ ਉਹ ਲੋਕ ਉਹ ਕਿਤਾਬਾਂ ਨੂੰ ਵੀ ਉਸੇ ਤਰ੍ਹਾਂ ਸੰਭਾਲਦੇ ਨੇ ਜਿਵੇਂ ਕੋਈ ਗਹਿਣਾ ਸੰਭਾਲਿਆ ਜਾਂਦਾ। ਤਾਂ ਕਹਿੰਦੇ ਵੀ ਜਿਹੜੀਆਂ ਮਾੜੀਆਂ ਪੁਸਤਕਾਂ ਹੁੰਦੀਆਂ ਨੇ ਸਾਨੂੰ ਹਮੇਸ਼ਾ ਇਸ ਤੋਂ ਬਚ ਕੇ ਰਹਿਣਾ ਚਾਹੀਦਾ। ਇਹੀ ਸਾਰੇ ਕਹਿੰਦੇ ਆ ਕਿ ਮਾੜੀਆਂ ਕਿਤਾਬਾਂ ਨਹੀਂ ਪੜ੍ਹਨੀਆਂ ਚਾਹੀਦੀਆਂ। ਅੱਗੇ ਦੇਖੋ, ਜੇਬ ਖਰਚ ਆਪਣੇ 'ਚੋਂ ਬਚਿਓ, ਪੈਸੇ ਸਦਾ ਬਚਾਓ, ਖਾਣ ਪੀਣ 'ਤੇ ਵਾਧੂ ਖਰਚੇ ਆਪਣੇ ਤੁਸੀਂ ਘਟਾਓ। ਜਿਹੜੀ ਕਹਿੰਦੇ ਜੇਬ ਖਰਚੀ ਮਿਲਦੀ ਹੈ ਨਾ ਤੁਹਾਨੂੰ, ਵੀ ਤੁਹਾਨੂੰ ਕੁਝ ਪੈਸੇ ਮਹੀਨੇ ਦੇ ਮਿਲਦੇ ਹੈ ਜਾਂ ਰੋਜ਼ ਮਿਲਦੇ ਹੈ ਜਾਂ ਹਫ਼ਤੇ ਬਾਅਦ ਮਿਲਦੇ ਹੈ, ਉਹ ਪੈਸੇ ਤੁਸੀਂ ਹਮੇਸ਼ਾ ਬਚਾਉਣ ਦੀ ਕੋਸ਼ਿਸ਼ ਕਰੋ। ਤੁਸੀਂ ਉਹਨਾਂ ਪੈਸਿਆਂ ਨੂੰ ਫਾਲਤੂ ਦੇ ਖਾਣ ਪੀਣ ਦੇ ਉੱਤੇ ਹੀ ਖਰਚ ਨਾ ਕਰੋ। ਤੁਸੀਂ ਆਪਣੇ ਉਹਨਾਂ ਪੈਸਿਆਂ ਨੂੰ ਬਚਾ ਕੇ ਰੱਖੋ ਅਤੇ ਜਿਹੜਾ ਵਾਧੂ ਖਰਚ ਕਰਦੇ ਹੋ ਉਸ ਨੂੰ ਘਟਾ ਲਓ। ਕਿਉਂਕਿ ਚੰਗੀ ਪੁਸਤਕ ਜਿੱਥੇ ਮਿਲ ਜਾਵੇ ਉਸ ਨੂੰ ਖਰੀਦ ਲਿਆਓ। ਇੱਕ ਪੁਸਤਕ ਕਰਕੇ ਆਪਣੀ ਲਾਇਬ੍ਰੇਰੀ ਬਣਾਓ। ਕਹਿੰਦੇ ਜਿਹੜੇ ਪੈਸੇ ਤੁਸੀਂ ਫਾਲਤੂ ਦੇ ਖਾਣ ਪੀਣ 'ਤੇ, ਘੁੰਮਣ ਫਿਰਨ 'ਤੇ, ਇੱਧਰ ਉੱਧਰ ਕੋਈ ਫਾਲਤੂ ਚੀਜ਼ਾਂ ਖਰੀਦਣ ਦੇ ਉੱਤੇ ਲਗਾਉਣੇ ਆ ਨਾ, ਉਹ ਤੁਸੀਂ ਹਮੇਸ਼ਾ ਬਚਾ ਕੇ ਰੱਖੋ। ਜੇ ਤੁਹਾਨੂੰ ਜੇਬ ਖਰਚੀ ਮਿਲਦੀ ਹੈ ਤੁਸੀਂ ਉਹ ਵੀ ਬਚਾ ਕੇ ਰੱਖੋ। ਤਾਂ ਇਸ ਤਰ੍ਹਾਂ ਤੁਸੀਂ ਪੈਸੇ ਜਿਹੜੇ ਨੇ ਉਹ ਇਕੱਠੇ ਕਰਕੇ ਤੁਸੀਂ ਆਪਣੇ ਇੰਟਰਸਟ ਦੇ ਅਕੋਰਡਿੰਗ ਜਿਹੜੀ ਤੁਹਾਨੂੰ ਮਨਪਸੰਦ ਦੀ ਬੁੱਕ ਹੋਵੇ, ਜਿਹੜੀ ਤੁਹਾਨੂੰ ਪੜ੍ਹਨ ਨੂੰ ਜੀਅ ਕਰੇ, ਤੁਸੀਂ ਉਹ ਵਾਲੀ ਬੁੱਕ ਖਰੀਦ ਕੇ ਲਿਆ ਸਕਦੇ ਹੋ। ਅਤੇ ਜਦੋਂ ਤੁਸੀਂ ਇੱਕ ਕਰਕੇ ਬੁੱਕ ਲੈ ਕੇ ਆਓਗੇ ਤਾਂ ਕਈ ਵਾਰੀ ਦੇਖੋ, ਜਿਵੇਂ ਇੱਕ ਕਹਾਵਤ ਹੈ ਨਾ ਕਿ ਬੂੰਦ ਬੂੰਦ ਨਾਲ ਸਾਗਰ ਭਰਦਾ, ਤਾਂ ਉਸੇ ਤਰ੍ਹਾਂ ਜਦੋਂ ਅਸੀਂ ਇੱਕ ਕਿਤਾਬ ਜਿਹੜੀ ਹੈ ਉਹ ਲੈ ਕੇ ਆਵਾਂਗੇ ਤਾਂ ਹੌਲੀ ਹੌਲੀ ਇਹ ਕਿਤਾਬਾਂ ਇੱਕ ਕਰਕੇ ਸਾਡੀ ਇੱਕ ਪੂਰੀ ਲਾਇਬ੍ਰੇਰੀ ਦਾ ਰੂਪ ਧਾਰਨ ਕਰ ਲੈਣਗੀਆਂ। ਭਾਵ ਕਿ ਸਾਡੇ ਕੋਲ ਇੱਕ ਚੰਗੀ ਆਪਣੀ ਲਾਇਬ੍ਰੇਰੀ ਹੋ ਜਾਊਗੀ ਜਿਸ ਦੇ ਵਿੱਚ ਸਾਡੀਆਂ ਆਪਣੀਆਂ ਖਰੀਦੀਆਂ ਹੋਈਆਂ ਕਿਤਾਬਾਂ ਹੋਣਗੀਆਂ, ਜਿਸ ਨੂੰ ਅਸੀਂ ਕਿਸੇ ਤੋਂ ਮੰਗ ਕੇ ਨਹੀਂ ਲੈ ਕੇ ਆਏ, ਅਸੀਂ ਆਪ ਖਰੀਦ ਕੇ ਲੈ ਕੇ ਆਏ ਹਾਂ। ਅਤੇ ਜਦੋਂ ਚੀਜ਼ ਆਪਣੀ ਹੁੰਦੀ ਹੈ ਫਿਰ ਅਸੀਂ ਉਸ ਨੂੰ ਸਾਂਭ ਕੇ ਵੀ ਰੱਖਦੇ ਹਾਂ, ਫਿਰ ਅਸੀਂ ਉਸ 'ਤੇ ਨਿਸ਼ਾਨ ਵੀ ਲਗਾ ਸਕਦੇ ਹਾਂ, ਫਿਰ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਜਦੋਂ ਮਰਜ਼ੀ ਚਾਹੀਏ ਪੜ੍ਹ ਸਕਦੇ ਹਾਂ। ਕਿਉਂਕਿ ਸਾਨੂੰ ਵਾਪਿਸ ਕਰਨ ਦੀ ਚਿੰਤਾ ਨਹੀਂ ਹੁੰਦੀ, ਸਾਨੂੰ ਇਹ ਡਰ ਨਹੀਂ ਹੁੰਦਾ ਕਿ ਇਹ ਬੇਗਾਨੀ ਕਿਤਾਬ ਹੈ, ਇਹ ਫਟ ਜੂਗੀ, ਇਸ ਦਾ ਕੋਈ ਪੇਜ ਨਾ ਫਟ ਜੇ, ਇਸ ਦੇ ਉੱਤੇ ਅਸੀਂ ਕੁਝ ਨਿਸ਼ਾਨ ਨਾ ਲਗਾ ਦਈਏ ਜਾਂ ਇਸ ਦੇ ਉੱਤੇ ਕੋਈ ਚੀਜ਼ ਨਾ ਡੁੱਲ ਜਾਏ। ਸਾਨੂੰ ਇਸ ਤਰ੍ਹਾਂ ਦਾ ਜਿਹੜਾ ਡਰ ਹੁੰਦਾ ਨਾ ਉਹ ਹਮੇਸ਼ਾ ਦੂਜਿਆਂ ਦੀਆਂ ਕਿਤਾਬਾਂ ਉੱਤੇ ਲੱਗਿਆ ਰਹਿੰਦਾ ਹੈ, ਜਿਹੜਾ ਕਿ ਜੇ ਸਾਡੀ ਆਪਣੀ ਕਿਤਾਬ ਹੋਏਗੀ ਤਾਂ ਉਹ ਡਰ ਖਤਮ ਹੋ ਜਾਂਦਾ ਹੈ। ਤਾਂ ਇਸ ਤਰ੍ਹਾਂ ਚੰਗੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਨੇ ਹਮੇਸ਼ਾ ਸਾਨੂੰ ਉਹਨਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਬੁਰੀਆਂ ਕਿਤਾਬਾਂ ਤੋਂ ਹਮੇਸ਼ਾ ਦੂਰ ਰਹਿਣਾ ਚਾਹੀਦਾ ਹੈ। ਕਿਉਂਕਿ ਚੰਗੀਆਂ ਜਿਹੜੀਆਂ ਕਿਤਾਬਾਂ ਨੇ ਉਹ ਸਾਡੇ ਜੀਵਨ ਦਾ ਵਡਮੁੱਲਾ ਖਜ਼ਾਨਾ ਹਨ, ਜਿਸ ਨੂੰ ਸਾਰਾ ਜਹਾਨ ਬੜਾ ਹੀ ਸੰਭਾਲ ਕੇ ਰੱਖਦਾ ਹੈ ਅਤੇ ਉਸ ਦੀ ਕਦਰ ਕਰਦਾ ਹੈ, ਕਿਉਂਕਿ ਇਹ ਸਾਨੂੰ ਚੰਗੇ ਜੀਵਨ ਦੀ ਜਾਂਚ ਸਿਖਾਉਂਦੀਆਂ ਹਨ। ਤਾਂ ਬੱਚਿਓ, ਤੁਸੀਂ ਵੀ ਅੱਗੇ ਤੋਂ ਬਾਅਦ, ਅੱਜ ਤੋਂ ਬਾਅਦ ਆਪਣੇ ਫਾਲਤੂ ਦੇ ਪੈਸੇ ਖਰਚਣੇ ਬੰਦ ਕਰਕੇ ਸਗੋਂ ਆਪਣੇ ਪੈਸਿਆਂ ਨੂੰ ਤੁਸੀਂ ਕਿਸੇ ਚੰਗੀ ਕਿਤਾਬ ਨੂੰ ਖਰੀਦਣ ਦੇ ਵਿੱਚ ਲਗਾ ਸਕਦੇ ਹੋ। ਧੰਨਵਾਦ।